ਜੀ ਦੋਸਤੋ, ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਇੱਕ ਵਾਰ ਫਿਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਆਦਾਬ। ਰਾਜੀਵ ਅਰੋੜਾ ਅਨਸੈਂਸਰਡ ਦਾ ਇੱਕ ਹੋਰ ਐਪੀਸੋਡ ਲੈ ਕੇ ਦੋਸਤੋ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਔਰ ਅੱਜ ਸਾਡੇ ਪੰਜਾਬ ਦੇ ਲੋਕ ਔਰ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕ ਥੋੜ੍ਹਾ ਜਿਹਾ ਸ਼ਾਂਤੀ ਵਾਲਾ ਜਿਹਨੂੰ ਕਹਿ ਦਿੰਦੇ ਨਾ ਮਾਹੌਲ ਮਾਣ ਰਹੇ ਹੋਣਗੇ, ਕਿਉਂਕਿ ਜੋ ਇੱਕ ਮੰਡਰਾ ਰਹੇ ਸੀ ਬੱਦਲ ਇੱਕ ਯੁੱਧ ਦੇ ਵਾਰ ਦੇ ਜੰਗ ਦੇ ਪਾਕਿਸਤਾਨ ਦੇ ਨਾਲ ਸ਼ਾਇਦ ਥੋੜ੍ਹੀ ਦੇਰ ਲਈ ਉਹ ਟਲ ਗਏ ਹੋਏ ਹੈ। ਔਰ ਘਟਨਾਕ੍ਰਮ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜੋ ਇੱਕ ਦਹਿਸ਼ਤਗਰਦੀ ਹਮਲਾ ਹੋਇਆ ਸੀਗਾ, ਜਿਹਦੇ ਵਿੱਚ 26 ਮਜ਼ਲੂਮ ਹੈ ਜਿਹੜੇ ਬੇਕਸੂਰ ਲੋਕ ਹੈ ਉਹ ਦਹਿਸ਼ਤਗਰਦਾਂ ਦੇ ਹੱਥੋਂ ਮਾਰੇ ਗਏ ਸੀਗੇ। ਔਰ ਉਸ ਦੀ ਪ੍ਰਤੀਕਿਰਿਆ ਵਜੋਂ ਜਾਂ ਉਹਨਾਂ ਦਹਿਸ਼ਤਗਰਦਾਂ ਨੂੰ ਜਾਂ ਉਹਨਾਂ ਦੇ ਆਕਾਵਾਂ ਨੂੰ ਸਬਕ ਸਿਖਾਉਣ ਲਈ ਭਾਰਤੀ ਫੌਜ ਵੱਲੋਂ ਇੱਕ ਆਪਰੇਸ਼ਨ ਕੀਤਾ ਗਿਆ, ਜਿਸ ਦਾ ਪ੍ਰਤੀਕਰਮ ਹੈ ਜਿਹੜਾ ਉਹ ਥੋੜ੍ਹਾ ਬਹੁਤ ਪਾਕਿਸਤਾਨ ਵੱਲੋਂ ਵੀ ਆਇਆ। ਔਰ ਬਠਿੰਡਾ 'ਚ ਜਿਹੜੇ ਲੋਕ ਵਸਦੇ ਆ ਉਹਨਾਂ ਨੇ ਵੀ ਧਮਾਕੇ ਸੁਣੇ, ਔਰ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਇਸ ਕਿਸਮ ਦੇ ਜੋ ਆਵਾਜ਼ਾਂ ਧਮਾਕਿਆਂ ਦੀਆਂ ਲੋਕਾਂ ਨੇ ਸੁਣੀਆਂ। ਔਰ ਇੱਕ ਨਵੀਂ ਕਿਸਮ ਦਾ ਵਾਰਫੇਅਰ ਹੈ ਜਿਹੜਾ, ਇੱਕ ਨਵੀਂ ਕਿਸਮ ਦਾ ਜਿਹੜਾ ਯੁੱਧ ਉਹ ਸਾਨੂੰ ਦੇਖਣ ਨੂੰ ਮਿਲਿਆ, ਜਿਹੜਾ ਕਿ ਪਿਛਲੇ ਜਿੰਨੀਆਂ ਵੀ ਵਾਰਸ ਹੋਈਆਂ, ਚਾਹੇ ਉਹ 1962 ਦੀ ਸੀ, ਚਾਹੇ ਉਹ 1965 ਦੀ ਸੀ, ਚਾਹੇ ਉਹ 1971 ਦੀ ਸੀ, ਉਸ ਤੋਂ ਬਿਲਕੁਲ ਅਲੱਗ ਸੀਗੀਆਂ। ਔਰ ਇਹ ਵਾਰਫੇਅਰ ਜਾਂ ਇਹ ਯੁੱਧ ਇਸ ਤੋਂ ਪਹਿਲਾਂ ਜਿੰਨੀਆਂ ਵੀ ਜੰਗਾਂ ਲੱਗੀਆਂ ਉਸ ਤੋਂ ਵੱਖ ਕਿਵੇਂ ਸੀਗਾ, ਔਰ ਭਵਿੱਖ ਦੇ ਵਿੱਚ ਕਿਤੇ ਰੱਬ ਨਾ ਕਰੇ ਇਦਾਂ ਦੀ ਸਥਿਤੀ ਬਣਦੀ ਹੈ ਤਾਂ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੈ। ਇਹ ਸਾਰੇ ਹੀ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਤੇ ਸਾਰੀ ਇਸ ਤਕਨੋਲੋਜੀ ਨੂੰ ਸਮਝਣ ਦੇ ਲਈ ਅਸੀਂ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਕੈਪਟਨ ਰੋਹਿਤ ਮਹਿਤਾ ਹੋਰਾਂ ਨੂੰ, ਜਿਹੜੇ ਕਿ ਭਾਰਤੀ ਫੌਜ ਦੇ ਵਿੱਚ ਖੁਦ ਇੱਕ ਆਪਰੇਸ਼ਨ ਦਾ ਹਿੱਸਾ ਰਹੇ ਹੈ ਔਰ ਕਾਫੀ ਤਜਰਬਾ ਵੀ ਰੱਖਦੇ ਹੈ, ਸਮਝ ਵੀ ਰੱਖਦੇ ਹੈ। ਸੋ ਕੈਪਟਨ ਰੋਹਿਤ ਮਹਿਤਾ, ਸਾਡੇ ਇਸ ਪਲੇਟਫਾਰਮ ਤੇ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ, ਜੀ ਆਖਦੇ ਹਾਂ। ਤੁਹਾਡਾ ਬਹੁਤ ਬਹੁਤ ਸਤਿਕਾਰ ਮੈਨੂੰ ਸਦਨ ਭਾਈ। आई एम सो हैप्पी टू बी हेयर ऑन योर शो टू डिस्कस इन डिटेल कि किस तरह ये ऑपरेशन हुआ है और अभी भी जो सिचुएशन है वो डेवलपिंग है जी, और आगे कैसे डेवलप होगी, क्योंकि साडे रक्षा मंत्री ने भी किया है कि ऑपरेशन सिंदूर इज स्टिल कंटिन्यूड, Yes, इट्स it नो is. मोर ओवर। बिल्कुल। सो सर, मैं ਜਿਹੜੀ ਗੱਲ ਕਰ ਰਿਹਾ ਸੀਗਾ ਕਿ 1962 1965 1971 ਦੇ ਜੰਗ ਤੋਂ ਇਹ ਵੱਖਰਾ ਇਸ ਤਰ੍ਹਾਂ ਹੈ ਕਿ ਨਾ ਤਾਂ ਸਾਡੀ 에ਅਰ ਫੋਰਸ ਨਾ ਹੀ ਆਰਮੀ ਜਿਹਨੂੰ ਆਪਾਂ ਦੁਸ਼ਮਣ ਕਹਿ ਸਕਦੇ ਹਾਂ, ਦੁਸ਼ਮਣ ਦੀ ਟੈਰੀਟਰੀ 'ਚ ਦਾਖਲ ਹੋਏ, ਬਾਰਡਰ ਕ੍ਰਾਸ ਕੀਤਾ, ਔਰ ਕਮੋਵੇਸ਼ ਇਹੀ ਸਥਿਤੀ ਹੈ ਜਿਹੜੀ ਇਹ ਪਾਕਿਸਤਾਨ ਦੇ ਫੋਰਸਿਸ ਵੱਲੋਂ ਰਹੀ ਜੀ। ਅਸੀਂ ਘਰੋਂ ਬੈਠਿਆਂ ਨੇ ਹੀ ਯਾਨੀ ਕਿ ਸਾਡੀ ਫੌਜ ਨੇ ਆਪਣੇ ਟਿਕਾਣਿਆਂ ਤੋਂ ਹੀ ਮਿਜ਼ਾਈਲਾਂ ਦਾ ਸਹਾਰਾ ਲਿਆ, ਮਿਜ਼ਾਈਲਾਂ ਨਾਲ ਅਟੈਕ ਕੀਤਾ। ਔਰ ਪਾਕਿਸਤਾਨ ਵਾਲੇ ਪਾਸਿਓਂ ਵੀ ਮਿਜ਼ਾਈਲ ਸ਼ਾਇਦ ਨਹੀਂ ਆਈਆਂ ਜ਼ਿਆਦਾ। ਇੱਕ ਸ਼ਬਦ ਜਿਹੜਾ ਮੀਡੀਆ 'ਚ ਅਸੀਂ ਸੁਣਿਆ ਡਰੋਨ, ਤਾਂ ਦਰਸ਼ਕੋ ਡਰੋਨ ਉਹ ਨਾ ਸਮਝੋ ਜਿਹੜੇ ਵਿਆਹਾਂ 'ਤੇ ਤੁਸੀਂ ਦੇਖਦੇ ਹੋ ਫੋਟੋਗ੍ਰਾਫੀ ਵੇਲੇ, ਇਹ ਵੱਡੇ ਸਾਰੇ ਇੱਕ ਕਿਸਮ ਦੇ ਜਹਾਜ਼ ਹੀ ਹੁੰਦੇ ਜਿਹੜੇ 4 ਤੋਂ 6 ਫੁੱਟ ਤੱਕ ਲੰਬੇ ਹੁੰਦੇ ਆ, ਜਿੰਨਾ ਕਿ ਮੈਂ ਸਮਝਿਆ, ਜਿਹਨੂੰ ਸ਼ਾਇਦ ਆਰਮੀ ਦੀ ਭਾਸ਼ਾ 'ਚ UAV ਵੀ ਕਹਿੰਦੇ ਆ, ਅਨਮੈਨਡ ਏਰੀਅਲ ਵਹੀਕਲਸ ਵੀ ਆਖਦੇ ਆ, ਜਿਹਦਾ ਕਾਫੀ ਹੈਵੀ ਲੋਡ ਹੁੰਦਾ। ਔਰ ਜੇਕਰ ਉਹ ਹਵਾ ਦੇ ਵਿੱਚ ਵੀ ਉਸ ਨੂੰ ਸਾਡੀ ਮਿਜ਼ਾਈਲ ਉਸ ਨੂੰ ਧਵਸਤ ਕਰ ਦੇਵੇ ਤਾਂ ਉਹਦਾ ਜਿਹੜਾ ਮਲਬਾ ਡਿੱਗਦਾ ਹੈ ਤਾਂ ਇੱਕ ਘਰ ਦੀ ਛੱਤ ਨੂੰ ਡਿੱਗਣ ਲਈ ਕਾਫੀ ਹੁੰਦਾ ਹੈ। ਔਰ ਤਾਂ ਹੀ ਸਾਡੀ ਪ੍ਰਸ਼ਾਸਨ ਨੇ ਵੀ ਕਿਹਾ ਕਿ ਛੱਤਾਂ ਦੇ ਉੱਤੇ ਨਹੀਂ ਸੌਣਾਗਾ। ਤਾਂ ਖੈਰ ਆਪਾਂ ਆਉਂਦੇ ਹਾਂ ਸਰ ਅੱਜ ਦੇ ਮੁੱਦੇ ਤੇ ਕਿ ਇਹ ਜਿਹੜਾ ਨਵਾਂ ਇੱਕ ਵਾਰਫੇਅਰ ਦਾ ਸ਼ੁਰੂ ਹੋਇਆ, ਔਰ ਸਾਨੂੰ ਇਸ ਦਾ ਅੰਦਾਜ਼ਾ ਉਦੋਂ ਹੀ ਹੋ ਰਿਹਾ ਸੀ ਜਦੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਇਹ ਕਹਿ ਰਹੇ ਸੀਗੇ ਕਿ ਸਾਨੂੰ ਹੁਣ ਮੈਨ ਪਾਵਰ ਦੀ ਉਨੀ ਜ਼ਰੂਰਤ ਨਹੀਂ ਹੈਗੀ, ਅਗਨੀਵੀਰ ਸਕੀਮ ਲੈ ਕੇ ਆਏ, ਹੁਣ ਲੜਾਈਆਂ ਜਿਹੜੀਆਂ ਹੋਇਆ ਕਰਨਗੀਆਂ ਉਹ ਤਕਨੋਲੋਜੀ ਆਧਾਰਿਤ ਹੋਇਆ ਕਰਨਗੀਆਂ। ਤਾਂ ਇਹ ਸਾਰਾ ਜਿਹੜਾ ਹੁਣ ਤੁਸੀਂ ਤਕਨੋਲੋਜੀ ਦੀ ਲੜਾਈ ਦੇਖੀ, ਇੱਕ ਫੌਜੀ ਹੋਣ ਦੇ ਨਾਤੇ ਤੁਹਾਡੀ ਕੀ ਆਬਜ਼ਰਵੇਸ਼ਨ, ਤੁਹਾਡੀ ਕੀ ਇਸ ਦੇ ਵਿੱਚ ਸਮਝ ਬਣੀ? राजीव जी, जैसे आप जानते हैं कि 71 हमने 71 की बात करी, हम कारगिल की भी बात कर लें जी। तो कारगिल एक लिमिटेड ऑफेंसिव था, वो हाइट पे थे, हम नीचे थे, तो इसलिए थोड़ा वक्त ज़्यादा लगा। अभी जो वॉरफेयर है, चाहे आप दुनिया में कहीं भी देख लीजिए, चाहे वो इजराइल और हमास की लड़ाई देख लीजिए या यूक्रेन या रशिया की देख लीजिए जी, ये लड़ाइयाँ आजकल मॉडर्न टेक से चलती हैं जी, और टेक्नोलॉजी का रोल बहुत ज़्यादा है। हम्म, आजकल मैन पावर कल भी ज़रूरी थी, आज भी ज़रूरी है, लेकिन मैन पावर किस टाइप की? जी, टेक्निकल ओरिएंटेड मैन पावर, कि अगर मुझे UAV चलाना या ड्रोन चलाना आएगा तो मैं वैल्यू एडिशन कर रहा हूँ। बिल्कुल बिल्कुल। पैदल
चल के गोली चला के मुझे डैमेज हो सकता है, मेरे जवान को डैमेज हो सकता है, लेकिन जो यूएवी है या ड्रोन है उसमें मेरा जवान नहीं है, वो तो बस उसको गाइड कर रहा है। जी तो टेक्नोलॉजी ओरिएंटेड वॉरफेयर तो बेशक ये तो फ्यूचर नीड है। जी और जैसे आपको पता होगा पिछले 5-6 दिनों में जब जितने भी हमने अटैक्स को विफल किया है दुश्मन के, पहली बात तो ये कि जैसे हमारे प्रधानमंत्री ने, मोदी जी ने कहा ही है कि हमारी लड़ाई आतंकवाद से है, आतंकवादियों से है। जी उनके पालन करने वाले, उन्हें ट्रेन करने वाले, उनके अड्डे उनसे है। जी तो पाकिस्तान से तो हम लड़ ही नहीं रहे। बिल्कुल। तो ऑब्जेक्टिव बहुत क्लियर है। अब अगर पाकिस्तान को लगता है कि नहीं ये तो मैं ही करवा रहा हूं, तो इसलिए उन्होंने अटैक किया हम पे, तो इन्होंने मान लिया ना कि भाई इन टेररिस्ट को मैं ही पाल रहा हूं, मैं ही उनके जनाजे पे जा रहा हूं। वो तो मीडिया में भी दिखाया है सबको। तो ये एक जो शिफ्ट है वॉरफेयर में वो ये है कि टेक्नोलॉजी इज अ मस्ट एंड टेक्नोलॉजी इज द फ्यूचर। ਕਿਉਂਕਿ ਓਸਾਮਾ ਬਿਨ ਲਾਦੇਨ ਨੂੰ ਵੀ ਜਦੋਂ ਮਾਰਨਾ ਸੀਗਾ ਜਾਂ ਨਿਊਟਰਲਾਈਜ਼ ਜਿਹਨੂੰ ਆਰਮੀ ਦੀ ਭਾਸ਼ਾ 'ਚ ਕਹਿੰਦੇ ਆ, ਤਾਂ ਉਹਨਾਂ ਦੇ ਸੀਲਸ ਹੈਲੀਕਾਪਟਰ, ਸ਼ਾਇਦ ਉਹਦਾ ਨਾਮ ਸੀ ਉਹਨਾਂ ਦੀ ਨੇਵੀ ਦੇ, ਉਹ ਐਬੋਟਾਬਾਦ ਦੇ ਵਿੱਚ ਆਏ ਔਰ ਉੱਥੇ ਜਾ ਕੇ ਉਹਦੀ ਕਿਲਿੰਗ ਕੀਤੀ। ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ ਅਫਗਾਨਿਸਤਾਨ ਦੇ ਵਿੱਚ, ਬਟ ਜਸਟ 3-4 ਮਿੰਟ ਪਹਿਲਾਂ ਹੀ ਉੱਥੋਂ ਨਿਕਲ ਗਿਆ ਸੀਗਾ ਓਸਾਮਾ ਬਿਨ ਲਾਦੇਨ। ਬਿਲਕੁਲ। ਤਾਂ ਖੈਰ ਉਹਨਾਂ ਨੂੰ ਫਿਜ਼ੀਕਲੀ ਉੱਥੇ ਜਾ ਕੇ ਆਪਣੇ ਦੁਸ਼ਮਣ ਨੂੰ ਨਿਊਟਰਲ ਕਰਨਾ ਪਿਆ। ਇੱਥੇ ਯੂਕਰੇਨ ਦੀ ਵਾਰ ਦੇ ਵਿੱਚ ਵੀ ਅਸੀਂ ਇਹਨਾਂ ਡਰੋਨਸ ਦਾ ਜਾਂ UAVs ਦਾ ਰੋਲ ਦੇਖ ਰਹੇ ਹਾਂ ਕਾਫੀ ਹੱਦ ਤੱਕ, ਬਟ ਉੱਥੇ 에ਅਰ ਫੋਰਸ ਦਾ ਵੀ ਕਾਫੀ ਰੋਲ ਹੈਗਾ, ਖਾਸ ਕਰਕੇ ਰਸ਼ੀਆ ਦੀ 에ਅਰ ਫੋਰਸ ਦਾ। ਪਰ ਹੁਣ ਜਿਹੜੀ ਭਵਿੱਖ ਦੇ ਵਿੱਚ ਜੇ ਕਿਤੇ ਇਦਾਂ ਦੀਆਂ ਸਥਿਤੀਆਂ ਹੁੰਦੀਆਂ ਤਾਂ ਇਹ ਹੁਣ AI ਟੂਲਸ ਦੇ ਨਾਲ ਔਰ ਟੈਕਨੋਲੋਜੀ ਵਰਸਸ ਟੈਕਨੋਲੋਜੀ ਲੜਾਈ ਹੋਊਗੀ, ਤਾਂ ਕੀ ਹੁਣ ਸਾਡੀ ਜਿਹੜੀ ਮੈਨ ਪਾਵਰ ਆਰਮੀ ਦੇ ਵਿੱਚ ਜਾਂ 에ਅਰ ਫੋਰਸ ਦੇ ਵਿੱਚ ਜਾਂ ਨੇਵੀ ਦੇ ਵਿੱਚ ਆਊਗੀ कि now will there be technocrats who will dominate the scene in Indian military? नहीं, क्योंकि मिलिट्री का रोल और एयरफोर्स का रोल अलग अलग है। जब भी हम वॉर में जाते हैं, मान लीजिए मैं आपको एक एग्जांपल देता हूं कि मान लीजिए मुझे POK के पे कब्जा करना है, तो कब्जा एयरफोर्स या ड्रोन लड़के नहीं होगा जी। मैन पावर मिलिट्री जाएगी और Infantry. वो इन्फेंट्री जाके वहां होल्ड करेगी। कब्जा कौन करेगा वहां? जी 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 कब्जा करेगी फौज। जी, मतलब ਉਹਨਾਂ ਦੀ ਤਾਕਤ ਨੂੰ ਕਮਜ਼ੋਰ ਕਰਨਾ ਜਾਂ ਖਤਮ ਕਰਨਾ, ਇਹਦੇ 'ਚ ਤਾਂ ਸਾਨੂੰ ਟੈਕਨੋਲੋਜੀ ਚਾਹੀਦੀ ਹੈ, ਪਰ ਜੇ ਅਸੀਂ ਕੁਝ ਕੈਪਚਰ ਕਰਨਾ ਤਾਂ ਉਹਦੇ ਲਈ ਇਨਫੈਂਟਰੀ ਚਾਹੀਦੀ ਹੈ। ਬਿਲਕੁਲ। ਔਰ ਹੁਣ ਕਿਉਂਕਿ ਅਸੀਂ ਕੋਈ ਕਬਜ਼ਾ ਤਾਂ ਕਰਨਾ ਹੀ ਨਹੀਂ ਸੀਗਾ, ਅਸੀਂ ਕੋਈ ਯੁੱਧ ਦਾ ਕੋਈ ਸਾਡਾ ਕੋਈ ਉਦੇਸ਼ ਵੀ ਨਹੀਂ ਸੀਗਾ, ਅਸੀਂ ਸਿਰਫ ਉਹਨਾਂ ਤਾਕਤਾਂ ਨੂੰ ਨਿਊਟਰਲ ਕਰਨਾ ਸੀਗੀਆਂ ਜਿਹੜੀਆਂ ਤਾਕਤਾਂ ਉਹਨਾਂ ਲੋਕਾਂ ਨੂੰ ਟ੍ਰੇਨ ਕਰ ਰਹੀਆਂ ਜਿਹੜੇ ਹਥਿਆਰ ਚੱਕ ਕੇ ਇਨੋਸੈਂਟ ਲੋਕਾਂ ਦੇ ਉੱਤੇ ਗੋਲੀ ਚਲਾਉਂਦੇ ਆ, ਉਹਨਾਂ ਦਾ ਕਤਲੋਗਾਰਤ ਕਰਦੇ ਆ। ਬਿਲਕੁਲ। ਔਰ ਉਹਨਾਂ ਦੇ ਆਕਾ ਜਿਹੜੇ ਉੱਥੇ ਬੈਠੇ ਆ, ਬੇਸ਼ੱਕ ਉਹ ਮਿਲਟਰੀ ਸਪਾਂਸਰਡ ਹੈ, ਔਰ ਉਹਨਾਂ ਨੂੰ ਨਿਊਟਰਲ ਕਰਨਾ ਸਾਡਾ ਉਦੇਸ਼ ਸੀਗਾ। ਅਸੀਂ ਕੋਈ ਧਰਤੀ ਨੂੰ ਕੈਪਚਰ ਉਹਨਾਂ ਦੀ ਨੂੰ ਨਹੀਂ ਕਰਨਾ ਸੀਗਾ। ਪਰ ਫਿਰ ਵੀ ਜੇ ਕਿਤੇ ਕਾਰਨ ਚਾਹੇ ਜੋ ਵੀ ਹੋਵੇ, ਜੇ ਗੁਆਂਢੀ ਦੇਸ਼ ਦੀ ਮਿਜ਼ਾਈਲ ਸਾਡੇ ਦੇਸ਼ ਦੇ ਵਿੱਚ ਆ ਕੇ ਡਿੱਗਦੀ ਹੈ, ਬੇਸ਼ੱਕ ਉਹ ਟੈਰਰਿਸਟਾਂ ਦੇ ਉੱਤੇ ਡਿੱਗੇ, ਤਾਂ ਉੱਥੋਂ ਦੀ ਫੌਜ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਉਸ ਨੂੰ ਉਹ ਰਿਟੈਲੀਏਟ ਕਰਨ ਜਾਂ ਰਿਐਕਟ ਕਰਨ। ਤਾਂ ਜਿੰਨਾ ਕੁ ਤੁਸੀਂ ਆਸ-ਪਾਸ ਆਬਜ਼ਰਵ ਕਰ ਰਹੇ ਸੀਗੇ, ਕਿਉਂਕਿ ਫੌਜੀ ਇਜ਼ ਆਲਵੇਜ਼ ਏ ਫੌਜੀ, ਉਹਦੇ ਅੰਦਰੋਂ ਉਹਨੂੰ ਫੌਜ 'ਚੋਂ ਰਿਟਾਇਰ ਕੀਤਾ ਜਾ ਸਕਦਾ, ਪਰ ਉਹਦੇ ਅੰਦਰੋਂ ਫੌਜੀ ਨੂੰ ਨਹੀਂ ਕੱਢਿਆ ਜਾ ਸਕਦਾ। ਤਾਂ ਤੁਸੀਂ ਸਾਰਾ ਕੁਝ ਆਬਜ਼ਰਵ ਕਰ ਰਹੇ ਸੀ, ਤੁਸੀਂ ਸੰਤੁਸ਼ਟ ਸੀਗੇ ਕਿ ਜਿਸ ਤਰ੍ਹਾਂ ਦੀ ਤਿਆਰੀ ਭਾਰਤੀ ਫੌਜ ਦੇ ਵਿੱਚ ਜੇ ਉਹ ਫੁੱਲ ਬਲੋਨ ਵਾਰ ਵੀ ਬਣਦੀ ਤਾਂ ਉਹ ਤਿਆਰੀ ਹੈਗੀ ਸੀ, ਕਿਉਂਕਿ ਬਾਰਡਰ से तो अजय भी BSF खड़ी सी। इसमें ऐसा है कि हमारी फौज पूरी तरह तैयार थी जी, और आज भी है। और हमारे DGMO साहब ने कल भी बोला है कि वी विल, आप गोली चलाओगे हम गोला चलाएंगे। तो इतनी ऑपरेशनल प्रिपेयर्डनेस है। अब क्योंकि मीडिया चैनल्स और जितने भी हमारे मीडिया के दोस्त लोग हैं उनसे दरख्वास्त की गई थी कि आप कृपया करके वीडियोस रील्स ना बनाएं जी, मोबिलाइजेशंस ना दिखाएं। लेकिन एक्चुअली मोबिलाइजेशंस तो हुए हैं जी, तो हम पूरी तरीके तैयार थे, क्योंकि हमारा ऑब्जेक्टिव ये नहीं था कि हमने उनकी आर्मी को मारना है या एयरफोर्स को मारना है। अगर हम उनके 11 एयर बेसिस उड़ा सकते हैं तो उसका उद्देश्य क्या है कि उनकी एयर सुप्रीमेसी, किसी भी जंग में सबसे पहले एयर सुपीरियॉरिटी को कंट्रोल किया जाता है जी, कि मेरे पास उसके एयर के ऊपर हुकूमत हो। तो हमने अपनी वो हुकूमत इस्टेब्लिश कर दी। उनके 20% एयरफोर्स के एसेट्स
एलिमिनेट कर दिए। जी और वो डरे भी इसीलिए जी क्योंकि उनके जो रावलपिंडी के पास जो उनके न्यूक्लियर एसेट्स है, हम्म वी वर मीटर्स अवे फ्रॉम दैट एसेट्स। हमने जहाँ हिट किए हैं एयरफोर्स ने, उनसे कुछ ही दूर पे उनके एसेट्स हैं, जी न्यूक्लियर एसेट्स। ਜੀ ਪਰ ਮੈਨੂੰ ਇੱਕ ਗੱਲ ਦੀ ਬੜੀ ਚਿੰਤਾ ਹੋਈ ਕਿ ਠੀਕ ਹੈ ਆਪਣਾ 에ਅਰ ਡਿਫੈਂਸ ਸਿਸਟਮ ਦੀ ਬਹੁਤ ਗੱਲ ਹੋਈ ਕਿ ਉਹਨਾਂ ਦੀ ਕੋਈ ਮਿਜ਼ਾਈਲ ਆਊਗੀ ਜਾਂ ਯੂਏਵੀ ਜਾਂ ਜਿਹਨੂੰ ਆਪਾਂ ਡਰੋਨ ਕਹਿ ਦਿੰਦੇ ਹਾਂ ਜੋ ਆਇਆ ਤਾਂ ਨਾਲ ਦੀ ਨਾਲ ਹੀ ਅਸੀਂ ਉਸ ਨੂੰ ਹਿੱਟ ਕਰਕੇ ਨਿਊਟਰਲ ਕਰ ਦਿੰਦੇ ਸੀ। ਪਰ ਸਰ ਬਠਿੰਡਾ 'ਚ ਪਹੁੰਚ ਕੇ ਉਹਨਾਂ ਦੇ ਤਾਂ 150-200 ਕਿਲੋਮੀਟਰ ਸਫ਼ਰ ਕਰਕੇ ਔਰ ਪੀਸੀਆਨਾ ਦੇ ਨਜ਼ਦੀਕ ਵੀ ਇਹ ਪਹੁੰਚ ਗਿਆ। ਤੋ ਜੇ ਉਹ 150-200 ਕਿਲੋਮੀਟਰ ਸਾਡੀ ਟੈਰੀਟਰੀ 'ਚ ਅੰਦਰ ਵੜ ਗਏ ਉਹਨਾਂ ਦੇ ਡਰੋਨਸ ਜਾਂ ਮਿਜ਼ਾਈਲ ਚਲੋ ਨਹੀਂ ਆਈ ਤਾਂ ਸਰ ਇਹ ਵੀ ਤਾਂ ਚਿੰਤਾ ਦੀ ਗੱਲ ਹੈ ਜੇ ਕਿਤੇ ਉਹ ਸਾਡਾ ਟਾਰਗੇਟ ਮਿਸ ਹੋ ਜਾਵੇ ਤਾਂ ਮਤਲਬ ਤਾਂ ਟਿਕਾਣੇ ਤੇ ਪਹੁੰਚ ਗਏ ਸੀ, ਇੱਥੇ ਪੀਸੀਆਨਾ ਪਹੁੰਚ ਗਿਆ ਸੀ ਉਹਨਾਂ ਦਾ ਤਾਂ। देखिए इसमें एक चीज़ है, एक एयर डिस्टेंस कैलकुलेशन है, एक है ग्राउंड डिस्टेंस। जी अगर आप देखेंगे बॉर्डर से ग्राउंड डिस्टेंस हो सकता है हमारा 200-250 किलोमीटर हो, एयर डिस्टेंस हो 25-30 किलोमीटर ही। जी तो एयर डिस्टेंस के हिसाब से उनका ड्रोन, और वो सर्वेलांस ड्रोन था, अटैक ड्रोन नहीं था। ਜੀ ਯਾਨੀ ਜਿਹੜੇ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀ ਉਹਨੂੰ ਨਿਊਟਰਲ ਕਰਨ ਲਈ ਜਾਂ ਤਵਸਤ ਕਰਨ ਲਈ ਜੋ ਆ ਰਹੀ ਸੀ ਉਹਦੀ ਆਵਾਜ਼ ਸੀ ਉਹ। वो हमारी एडी गन्स फायर कर रही थी उस टारगेट के ऊपर और उसको उड़ा रहे थे। ਅੱਛਾ ਮੈਨੂੰ ਇੱਕ ਚੀਜ਼ ਇਹ ਵੀ ਸਮਝ ਨਹੀਂ ਆਈ, ਰਾਤ ਨੂੰ ਉਹਨਾਂ ਦਾ ਡਰੋਨ ਆ ਰਿਹਾ ਉੱਤੇ ਲਾਈਟ ਪੂਰੀ ਜਗਦੀ ਪਈ ਹੈ, ਲੋਕ ਵੀਡੀਓ ਬਣਾ ਰਹੇ ਆ। ਮਨ 'ਚ ਇੱਕ ਲੇਮੈਨ ਦੇ ਸਵਾਲ ਇਹ ਆਉਂਦਾ ਸੀ ਵੀ ਇਹ ਦਿਨ ਨੂੰ ਕਿਉਂ ਨਹੀਂ ਛੱਡਦੇ ਗਏ ਜਾਂ ਮਤਲਬ ਉਦੋਂ ਤਾਂ ਸਾਨੂੰ ਦਿਖਾਈ ਨਹੀਂ ਦੇਣਾ, ਰਾਤੀ ਤਾਂ ਜਿਵੇਂ ਉਹ ਚਡੋਲ ਜੇ ਨਹੀਂ ਉਡਾਉਂਦੇ ਹੁੰਦੇ ਆਪਾਂ ਬਸੰਤ ਵੇਲੇ ਤੇ ਉਵੇਂ ਉੱਡਦੇ ਆਉਂਦੇ ਸੀ ਲੋਕੀ, ਉੱਤੇ ਵੀਡੀਓ ਬਣਾ ਰਹੇ ਆ। देखिए इसमें क्या है कि उनका टारगेट जो था, उनके 80% ड्रोन्स वर सर्वेलांस ड्रोन्स, ਚੈੱਕ ਕਰਨ ਵਾਸਤੇ। हमारे कोऑर्डिनेट्स इकट्ठे करना चाह रहे थे जी। कि इनका ग्रिड रेफरेंस मुझे मिल जाए कि बसियाना का एग्जैक्ट लोकेशन, उनका एमिनेशन डैम कहाँ पर है, हैंगर कौन सा है। हम्म, तो उनको वो इन्फॉर्मेशन चाहिए थी, इसलिए वो टारगेट आइडेंटिफिकेशन के लिए थे। जी जी तो वो दिन में तो कर ही नहीं सकते, दिन में करेंगे तो हमारी आयल गर्ल्स तो दिन में ऐसे ही उड़ा देंगी उनको। जी जी रात के अंधेरे में बेसिकली लाइट आउट किस लिए किया गया, डार्क क्यों किया गया? इसीलिए किया गया कि उनको मुश्किल हो। जी और हमारे तो रेडार सिस्टम्स इतने इफेक्टिव हैं और हमारी एडी मिसाइल्स एंड गन्स इतनी इफेक्टिव हैं कि एक भी उनका एसेट इंडिया को नुकसान नहीं पहुंचा पाया, क्योंकि उन्हें भी अपनी जनता को बताना है ना कि भाई असी एवं ही नहीं बैठे हैं इतने फौज, असी भी कुछ कर रहे हैं जी जी यार। अब उनको अपनी जनता को बताना है। जी अब वो क्या बताए कि देखो जी हमने तो अब्दाली मारी लेकिन वो गिर गई, हमने दूसरी मारी वो हिसार में गिर गई। तो उनके वेपन सिस्टम्स चल नहीं पाए। ਆਪਣੇ ਜਿਹੜੀ ਇਲੈਕਟ੍ਰੋਨਿਕ ਗੈਜਟ ਸੀਗੇ ਜਿਹਨੂੰ ਯੂਏਵੀਜ਼ ਕਹਿ ਲਓ, ਡਰੋਨਸ ਕਹਿ ਲਓ, ਕਿਉਂਕਿ ਮੈਂ ਹਰਗਿਜ਼ ਮੰਨਣ ਨੂੰ ਤਿਆਰ ਨਹੀਂ ਕਿ ਪਾਕਿਸਤਾਨ ਇਹੋ ਜਿਹੀ ਟੈਕਨੋਲੋਜੀ ਕਦੇ ਡਿਵੈਲਪ ਕਰ ਸਕੂਗਾ ਜੋ ਆਪਣੇ ਕੋਲੇ ਹਾਲਾਤ ਆਪਾਂ ਨੂੰ ਪਤਾ ਹੀ ਆਪਾਂ ਜਾਣਦੇ ਆਪਣੇ ਗੁਆਂਢੀ ਦੇਸ਼ ਬਾਰੇ। ਪਾਕਿਸਤਾਨ ਦੇ ਰਾਹੀਂ ਆਪਣੇ ਜਿਹੜੇ ਆ ਨਵੀਂ ਟੈਕਨੋਲੋਜੀ ਹੁਣ ਵਿਕਸਿਤ ਕਰ ਰਹੇ ਆ ਯੂਏਵੀ ਵਾਲੀ, ਉਸ ਨੂੰ ਟੈਸਟ ਕੀਤਾ ਵੀ ਇਹਨੂੰ ਚਲਾ ਚਲੂ ਕੇ ਦੇਖੋ ਭਾਈ ਜੇ ਵਧੀਆ ਤਾਂ ਫਿਰ ਆਪਾਂ ਮਾਰਕੀਟ 'ਚ ਮਾੜਾ ਮੋਟਾ ਇਹਨੂੰ ਵੇਚਣ ਦਾ ਫਿਰ ਬਣਾਈਏ ਪ੍ਰੋਗਰਾਮ, ਕਿਉਂਕਿ ਅਸੀਂ ਕਹਾਂਗੇ ਆ ਦੇਖੋ ਜੀ ਇੰਡੀਆ ਜਿੱਥੋਂ ਤੱਕ ਚਲੇ ਗਏ ਇਹ ਹੋ ਗਏ। ਆ ਜੋ ਉਹਨਾਂ ਦੇ ਡਰੋਨਸ ਦੀ ਪਰਫਾਰਮੈਂਸ ਰਹੀ, ਇਸ ਨੂੰ ਕਿਵੇਂ ਅਸੈਸ ਕਰਦੇ ਹੋ ਤੁਸੀਂ? इसमें दो चीज़ें हैं बड़ी मज़ेदार। हम्म एक तो हमारे लिए फ़ायदा है हम्म क्योंकि हमारे तो ड्रोन्स, मिसाइल्स, चाहे आप ब्रह्मोस कह लीजिए, हम्म, वो सारे टेस्ट हुए जी बिल्कुल। और जीते भी हम्म, और ठोका भी वहाँ जाके। इसके माल के साथ तो ये प्रॉब्लम हो गई ना कि भाई तुम्हारे तो यहाँ ही नहीं चल रहे, हम क्यों खरीदें? और बहुत सारे अफ्रीकन कंट्रीज ने ऑर्डर प्लेस किए हुए थे, पाकिस्तान को बोल रहा है भाई तुमने उड़ाए क्यों, अगर ऐसे ही करना था। जी। इन एक्चुअली मिलिट्री ऑपरेशंस, अब देखिए उनका ताइवान के साथ जो चल रहा है उसमें भी वो सिर्फ पॉस्चरिंग करते हैं, बिल्कुल। ਪੰਜਾਬੀ ਜਿਹਨੂੰ ਕਹਿੰਦੇ ਬੜਕਾ ਮਾਰਦੇ ਘਰ बड़का ਦੇ मार सामने देने। जाके। ਹਾਂਜੀ, तो बढ़ के मारोगे ਪਰ तो ਕਦੇ फिर ਹਥਿਆਰ ਨਹੀਂ ਚਲਾਇਆ ਉਹਨਾਂ ਨੇ ਉਹਨਾਂ ਤੇ। उन्होंने चलाया नहीं, दे हैव नॉट बीन एनी एक्टिव ऑप तक कितना ही नहीं उन्होंने। ਹਾਂ ਕਿਉਂਕਿ ਜੇ ਮੈਂ ਰਫਲੀ ਸੋਚਾਂ ਤਾਂ 62 ਦੀ ਵਾਰ ਤੋਂ ਬਾਅਦ Yes. ਲਗਭਗ 6.5 ਦਹਾਕਿਆਂ ਤੋਂ ਉਹਨਾਂ ਦਾ ਕੋਈ ਜਿਹੜੀ ਹੁਣ ਕਰੰਟ ਉਹਨਾਂ ਦੀ ਪੂਰੀ ਦੀ ਪੂਰੀ ਮਿਲਟਰੀ ਹੈ, ਤਿੰਨੋਂ ਹੀ ਜਿਹੜੇ ਉਹਨਾਂ ਦੇ ਵਿੰਗ ਹੈ, ਉਹਨਾਂ ਨੇ ਕਦੇ ਕਿਸੇ ਵੀ ਵਾਰ ਦੇ ਵਿੱਚ ਹਿੱਸਾ ਨਹੀਂ ਲਿਆ। बिल्कुल। ਔਰ ਸਾਨੂੰ ਤਾਂ ਹਰ ਚੌਥੇ ਦਿਨ ਕੋਈ ਨਾ ਕੋਈ ਮੌਕਾ ਮਿਲ ਜਾਂਦਾ ਸਾਡੇ ਗੁਆਂਢੀ ਦੇਸ਼ ਨਾਲ ਹੀ ਪ੍ਰੈਕਟਿਸ ਕਰਨ ਦਾ, ਹਾਲਾਂਕਿ ਨਹੀਂ ਹੋਣਾ ਚਾਹੀਦਾ, ਸ਼ਾਂਤੀ ਅਮਨ ਹੋਣਾ ਚਾਹੀਦਾ ਸਾਰੇ ਪਾਸੇ। ਔਰ ਜੋ ਤੁਸੀਂ ਹੁਣ ਇਸ ਵੇਲੇ ਲੋਕਾਂ ਦਾ ਵੀ ਵਿਵਹਾਰ ਦੇਖਿਆ, ਰੱਬ ਨਾ ਕਰੇ ਫੁੱਲ ਬਲੋਨ ਵਾਰ ਲੱਗਦੀ ਹੈ ਤੋ ਲੋਕਾਂ ਨੂੰ ਤੁਸੀਂ ਹਾਈ ਸਪਿਰਿਟਸ ਦੇਖਿਆ ਔਰ ਇਹ ਸਭ ਕੁਝ। ਬਟ ਮੈਂ ਇੱਕ ਗੱਲ ਤੇ ਜਿਹੜੀ ਮੈਂ ਸ਼ਿਕਾਇਤ ਸਰ ਰਹੂਗੀ, ਸ਼ਾਇਦ ਤੁਸੀਂ ਵੀ ਇੱਕ ਫੌਜੀ ਹੋਣ ਦੇ ਨਾਤੇ ਤੁਹਾਡੇ ਮਨ 'ਚ ਵੀ ਰਿਹਾ ਹੋਵੇ, ਇਹ ਠੀਕ ਹੈ
ਕਿ ਵਾਰਫੇਅਰ ਦੇ ਵਿੱਚ ਇੱਕ ਸਾਈਕੋਲੋਜੀਕਲ ਵਾਰਫੇਅਰ ਵੀ ਹੁੰਦਾ ਹੈ। ਕਿਉਂਕਿ ਅਰਜਨਟੀਨਾ ਨਾਲ ਜਦੋਂ ਬ੍ਰਿਟੇਨ ਦੀ ਵਾਰ ਚੱਲ ਰਹੀ ਸੀਗੀ ਤਾਂ BBC ਦਾ ਜੋ ਨਿਊਜ਼ ਸੀਗੀਆਂ ਔਰ ਵਾਰ ਰੂਮ ਦੇ ਜੋ ਪ੍ਰੈਸ ਰਿਲੀਜ਼ ਸੀ ਉਹਦੇ ਵਿੱਚ ਥੋੜ੍ਹਾ ਜਿਹਾ ਕਲੈਸ਼ ਹੁੰਦਾ ਸੀਗਾ। ਫਿਰ ਵੀ ਅਸੀਂ ਮੰਨਦੇ ਹਾਂ ਕਿ ਯੁੱਧ ਵੇਲੇ ਗੱਲਾਂ ਨੂੰ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ, ਪਰ ਜਿਸ ਕਿਸਮ ਦਾ व्यवहार ਸਾਡੇ सो कॉल्ड मेन स्ट्रीम मीडिया ਦਾ ਰਿਹਾ, कोई कह रहा है कि हमने कराची को कैप्चर कर लिया, कोई कहता भारतीय फौज घुसी इस्लामाबाद में, कोई कहता जी असीम मुनीर को हमने कैद कर लिया, कोई कहता जी प्रधानमंत्री बंकर च वड़ गया। इस किस्म की भी जी मतलब आटे में नमक तो ठीक है, थोड़ा सा नमक ज़्यादा भी ठीक है, लेकिन पूरे का पूरा नमक ही वो गूंथ रहे थे। एक फौजी इसनूं किवें देख रहा सी, क्योंकि साइकोलॉजिकल वॉरफेयर तुहानूं भी पता है कि बहुत इंपॉर्टेंट होंदी है, पर वो इन्नी भी नहीं होनी चाहिए कि वो बिल्कुल निरर्थक हो जाए। राजीव जी, कोई भी इंफॉर्मेशन फैक्ट बेस्ड होनी चाहिए, क्योंकि आप कितना ही झूठ फैला लीजिए सच तो सामने आ ही जाता है। बिल्कुल। और मेन स्ट्रीम कई बार मीडिया चैनल्स, जैसे स्पेशली पाकिस्तान के मीडिया चैनल्स, वो तो करते ही हैं क्योंकि उनका एजेंडा है। इंडिया में भी मैंने कुछ जगह नोटिस किया, उसको फैक्ट बेस्ड रखिए। हम तो गए ही नहीं अभी तक, हमने तो ना एलसी पार किया ना आईबी पार किया, हम तो अपने साइड से अटैक कर रहे हैं। बिल्कुल बिल्कुल। जब हमको मौका मिलेगा, जब फुल ब्लोन वॉर होगा, क्योंकि सबसे पहले होता है कि मेरे लड़ाई का ऑब्जेक्टिव क्या है। जी बिल्कुल। और मुझे उस लड़ाई से कब एग्जिट करना है। एग्जैक्टली। मेरा एम मेरे कंट्री को विकसित भारत बनाने का है, कि हमारे देश में खुशहाली हो और हमारे देश में लोग तरक्की करें। वो तो तभी पॉसिबल है जब शांति रहे। बिल्कुल। अब शांति अगर पड़ोसी के साथ रखनी है, अगर उसने जो कहते हैं ना पंजाबी च थप्पड़ा वाली कौम है, एनू 2 थप्पड़ मारो चुप रहने जी। ਜਿਹੜੇ ਪੰਜਾਬੀ ਬੰਦੇ ਨੇ ਦੂਜੀ ਸਾਈਡ, ਉਹ ਕਹਿੰਦੇ ਥੱਪੜ ਵਾਲੀ ਕੌਮ, ਇੱਕ ਥੱਪੜ ਮਾਰੋ ਫਿਰ ਚੁੱਪ ਹੋ ਜਾਂਦੇ ਨੇ। ਤੁਸੀਂ ਪਿਆਰ ਨਾਲ ਕਹੋਗੇ ਨਾ ਹੱਥ ਨਾਲ ਲਾਈ चिल्लाऊगा, जी। एक मार दो खून चुप रहेगा। जी। तो अभी उसको थप्पड़ लग गया है लॉन्ग टर्म, और अगर वो अभी भी नहीं मानेगा तो उसको और जोर से थप्पड़ मारेंगे। हमारी स्ट्रैटेजी तो बहुत क्लियर है। ਇੱਕ ਸਰ ਲਾਅ ਦੇ ਵਿੱਚ ਅਸੀਂ ਇਹ ਪੜ੍ਹਦੇ ਸੀਗੇ ਕਿ ਵਾਟ ਇਜ਼ ਦ ਡੈਫੀਨੇਸ਼ਨ ਆਫ ਵਾਰ ਵੈਨ ਦ ਆਰਮਡ ਫੋਰਸਿਸ ਆਫ 2 or more nations are engaged in armed conflict, it is war. Now, do you define this conflict as war or simply it was anti-terrorist operation? मेरे हिसाब से इट वाज एंटी टेरर ऑपरेशन, और उसके बाद जो पाकिस्तान साइड से आया, उसके बाद हमने सिर्फ उनके ही तरीके से रिटेलिएट करके जवाब दिया है। भाई हमारे तो टेररिस्ट मारने, हमने मार दिए। Now we were defending ourselves. Now after that, if you do anything, we will give you a measured reply. right. और हमने मेजर्ड जवाब दिया है, जी। अनमेजर्ड करके नहीं दिया है, ऑल आउट नहीं दिया है। हमारे वॉरशिप आज भी कराची को टारगेट लेके बैठे हुए हैं। But disproportionate बिल्कुल response नहीं था। disproportionate नहीं था, मेजर्ड था, टेक्टिकल था, और हमारा जो स्ट्रेटेजिक इंटरेस्ट है जी। उसके रिलेशन में था। ਜੀ ਚਲਦੇ ਚਲਦੇ ਕੈਪਟਨ ਮਹਿਤਾ ਕੋਈ ਦਿਲ ਦੀ ਗੱਲ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਹੋਵੇ ਇਸ ਸਾਰੇ ਪਰਿਪੇਖ ਚੋਂ? बस इस चैनल ਨੂੰ फॉलो करते रहो, क्योंकि इधर जो इन्फॉर्मेशन है जी। वो फैक्ट बेस्ड होती है, जी। और Thank you. आपका वन ऑफ द फ्यू चैनल्स है जो बिल्कुल फैक्ट बेस्ड इन्फो दे रहा है। और मैं सबसे यही दरख्वास्त करूंगा कि आप सतर्क रहिए, अलर्ट रहिए। कोई ऐसा आपको कोई चीज़ दिखे जो अनआइडेंटिफाइबल हो, लोकल पुलिस को बताइए। राजीव जी को आप टच बेस कर सकते हैं। और शुक्रिया, धन्यवाद, मुझे ये मौका दिया, राजीव जी ने अवसर दिया अपनी बातें आके यहाँ पर शेयर करने। जी धन्यवाद अपने बहुत ही बिजी शेड्यूल से समय निकालने के लिए कैप्टन रोहित मेहता। थैंक्स अ लॉट। थैंक यू राजीव।